ਜੀ ਅਸੀਂ ਕਦੀ ਸੋਚਿਆ ਬਹਿ ਕੇ ਕਿ ਜਦੋਂ ਅਸੀਂ ਮਰ ਗਏ ਤੇ ਬਾਅਦ ਸਾਡੇ ਦਾ ਕੀ ਹੋਣਾ? ਸਾਡੇ ਮਰਨ ਤੋਂ ਬਾਅਦ ਸਾਡੇ ਜਿਸ ਸਾਡੀ ਲਾਸ਼ ਘਰ ਪਈ ਹੋਣੀ ਆ, ਸਾਡੇ ਇਰਦ ਗਿਰਦ ਬਹੁਤ ਸੇ ਲੋਕ ਜਮ੍ਹਾਂ ਹੋਣੇ ਆ, ਰਿਸ਼ਤੇਦਾਰ ਵੀ ਹੋਣੇ ਆ, ਆਪਣੇ ਵੀ ਹੋਣੇ ਆ, ਪਰਾਏ ਵੀ ਹੋਣੇ ਆ, ਦੋਸਤ ਅਹਿਬਾਬ ਵੀ ਹੋਣੇ, ਸਾਰੇ ਹੋਣੇ ਆ। ਤੇ ਸਾਰਿਆਂ ਨੇ ਕੁਛ ਰੋਂਦੇ ਹੋਣੇ ਆ ਤੇ ਕੁਛਾਂ ਨੇ ਕਿਨਾਂ ਦਾ ਗਮਗੀਨ ਚਿਹਰਾ ਬਣਾਇਆ ਹੋਣਾ, ਤੇ ਕਿਸੇ ਨੇ ਕੁਛ ਐਸੀ ਵਿੱਚ ਹੋਣਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਹੋਣਾ, ਫੇਸਬੁੱਕ, ਟਿਕਟੋਕ, ਯੂਟਿਊਬ, ਇੰਸਟਾ। ਤੇ ਕੁਛ ਨੇ ਇਹਦੇ ਵਿੱਚ ਹਕੂਮਤ ਦੀ ਗੱਲ ਕਰਨੀ ਹੈ, ਮਹਿੰਗਾਈ ਹੋ ਗਈ, ਮਹਿੰਗਾਈ ਹੋ ਗਈ। ਤੇ ਐਸਤਾ ਤੁਹਾਡੇ ਘਰੋਂ ਵੀ ਤੁਹਾਡੇ ਘਰ ਦੇ ਰੋਣ ਵਾਲੇ ਬਾਅਦ ਐਸਤਾ ਘੱਟ ਹੁੰਦੀ ਜਾਣੀ ਹੈ। ਉਹਨਾਂ ਲੋਕਾਂ ਨੇ ਤੁਹਾਨੂੰ ਚੁੱਕਣਾ, ਚੁੱਕ ਕੇ ਦਫਨ ਕਰ ਆਉਣਾ, ਦਫਨ ਕਰਕੇ ਆਉਣਾ। ਉਹਨਾਂ ਨੇ ਆਪਣੇ ਕੰਮ ਕਾਰ 'ਚ ਮਸਰੂਫ ਹੋ ਜਾਣਾ, ਯਾਨੀ ਕਿ ਮਹਿਮਾਨ ਆਏ ਗਏ ਖਾਣੇ ਪੀਣ ਦਾ ਸੋਚਣ ਲੈ ਜਾਣਾ, ਉਹਦੇ ਮਸਰੂਫ ਹੋ ਜਾਣਾ। ਇਸੇ ਤਰ੍ਹਾਂ 1 ਦਿਨ 2 ਦਿਨ 3 ਦਿਨ ਗੁਜ਼ਰਨੇ, ਤੁਹਾਡੇ ਘਰੋਂ ਵੀ ਰੋਣ ਵਾਲਾ ਬਿਲਕੁਲ ਖਤਮ ਹੋ ਜਾਣੀਆਂ। ਜਿਸ ਦਫ਼ਤਰ ਤੁਸੀਂ ਕੰਮ ਕਰਦੇ ਹੋਣਾ, ਉਸ ਦਫ਼ਤਰ ਵੀ ਤੁਹਾਡੀ ਜਗ੍ਹਾ ਕਿਸੇ ਹੋਰ ਬੰਦੇ ਨੇ, ਕਿਸੇ ਹੋਰ ਇਨਸਾਨ ਨੇ ਲੈ ਲੈਣੀ ਹੈ। ਉੱਥੇ ਵੀ ਤੁਹਾਡੀ ਕਮੀ ਮਹਿਸੂਸ ਹੋਣੀ ਖਤਮ ਹੋ ਜਾਣੀ ਹੈ। ਤੁਹਾਡੇ ਦੋਸਤ ਅਹਿਬਾਬ ਜਿਹਨੂੰ ਤੁਸੀਂ ਕਹਿੰਦੇ ਸਾਡੇ ਜਿਗਰੀ ਯਾਰ ਆ, ਸਾਡੇ ਫਲਾਂ ਆ, ਸਾਡੇ ਫਲਾਂ ਆ, ਉਹਨਾਂ ਨੇ ਵੀ ਐਸਾ ਤੁਹਾਨੂੰ ਭੁੱਲ ਜਾਣਾ। ਤੁਹਾਡਾ ਨਾਮੋ ਨਿਸ਼ਾਨ ਖਤਮ ਹੋ ਜਾਣਾ ਇੱਕ ਦਿਨ। ਪੂਰੀ ਦੁਨੀਆ ਨੂੰ ਤੁਹਾਡੇ ਹੋਣ ਨਾਲ ਤੁਹਾਡੇ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਤੇ ਫਿਰ ਤੁਸੀਂ ਕਿਉਂ ਦੁਨੀਆ ਸੋਚਦੇ ਹੋ? ਫਿਰ ਤੁਸੀਂ ਕਿਉਂ ਸੋਚਦੇ ਆ ਕਿ ਯਾਰ ਦੁਨੀਆ ਕੀ ਕਹੂਗੀ? ਤੁਸੀਂ ਅੱਲਾਹ ਅਤੇ ਉਹਦੇ ਮਹਿਬੂਬ ਦੇ ਹੁਕਮ ਦੇ ਮੁਤਾਬਿਕ ਜੋ ਤੁਹਾਨੂੰ ਅੱਛਾ ਲੱਗਦਾ ਉਹ ਤੁਸੀਂ ਕਰੋ। ਇਹ ਨਾ ਸੋਚੋ ਫਲਾਂ ਕੀ ਕਹੂਗਾ। ਅਗਰ ਤੁਸੀਂ ਇਹ ਸੋਚ ਲਓ ਨਾ ਕਿ ਮੇਰੇ ਇਸ ਅਮਲ ਨਾਲ ਮੇਰੇ ਅੱਲਾਹ ਕੀ ਸੋਚੂਗਾ, ਮੇਰਾ ਅੱਲਾਹ ਇਸ ਦਾ ਬਦਲੇ ਮੈਨੂੰ ਕੀ ਇਨਾਮ ਦੇਗਾ, ਕੀ ਸਜ਼ਾ ਦੇ, ਕੀ ਸਜ਼ਾ ਦੇਗਾ, ਅਤੇ ਤੁਸੀਂ ਬਹੁਤ ਖੂਬਸੂਰਤ ਜ਼ਿੰਦਗੀ ਗੁਜ਼ਾਰ ਸਕਦੇ ਹੋ। ਇਸ ਲਈ ਦੁਨੀਆ ਨੂੰ ਛੱਡੋ, ਅੱਲਾਹ ਦੇ ਮਹਿਬੂਬ ਦੇ ਹੁਕਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰੋ। ਛੱਡ ਦਿਓ ਸਾਰੇ ਮਾਮਲਾ ਦੁਨਿਆਵੀ। ਤੁਸੀਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰੋਗੇ, ਖੁਸ਼ਹਾਲ ਜ਼ਿੰਦਗੀ ਗੁਜ਼ਾਰੋਗੇ। ਮੇਰਾ ਕਿਸੇ ਨੂੰ ਮੈਸੇਜ ਅੱਛਾ ਲੱਗਿਆ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਦੱਸੋ।